गुरु रू प्यारी साध संगत जी, वाहिगुरू जी का खालसा वाहिगुरू जी की फतेह। प्रोफैसर पूरन सिंह जी की एक अमोलक रचना है पंजाबी साहित्य पर कटाखे। आओ उसका अगला हिस्सा सरवण करने की कोशिश करिए जी। ये उसका अखीरला भाग है। लड़ी नूं जोड़न लई पिछले भाग विच पढ़िया कुछ सतरां नूं दोबारा पढ़िया जा रहा है। साहित्य पुस्तकां लिखण नाल नहीं बनता, दूसरियां बोलियां थी पराई रचना दे उलथे करन नाल नहीं उन्नत हो सकता। घर घर गली गली माहवारी या हफ्तेवार या रोज़ाना अखबारां दे विच कूड़ा करकट छापना, रोज़ाना जिंदगी दे झगड़े फसाद झेड़े रोले बिखरियां ते खिंडियां सुरतां दियां बेचैनियां नूं अकली उकसावटां दे रूप विच अंकित कर कर कदी उन्हां नूं कविता दा लकब दे बाहर टोरना, कदी प्रस्ताव कदी लेख आख पानी उपर लकीरां वांग वाह ठेलना, ये सब साहित्य सुच्चे साहित्य दी उन्नति विच पत्थर डावण दा काम करना है। फिर दोहरा दईए कि साहित्य पुस्तक लिखण नाल नहीं बनता, दूसरियां बोलियां थी पराइयां रचना दे उलथे करन नाल नहीं उन्नत हो सकता। घर घर गली गली माहवारी या हफ्तेवार या रोज़ाना अखबारां दे विच कूड़ा करकट छापना, रोज़ाना जिंदगी दे झगड़े फसाद झेड़े रोले बिखरियां ते खिंडियां सुरतां दियां बेचैनियां नूं अकली उकसावटां दे रूप विच अंकित कर कर कदी उन्हां नूं कविता दा लकब दे बाहर टोरना, कदी प्रस्ताव कदी लेख आख पानी उपर लकीरां वांग वाह ठेलना, ये सब साहित्य सुच्चे साहित्य दी उन्नति विच पत्थर डावण दा काम करना है। असली ते सुच्चा साहित्य महात्मा लोकां दे अमृत बचन होंदे हैं। बंदे जिस कौम विच पैदा होण उस विच साहित्य दा धन आप मुहारा मींह वांग वरदा है। जिस तरह उच्चे महलां नाल कोई कौम उच्ची नहीं होंदी, जे उहदे बंदे वड्डे दिलां वाले उच्चियां सुरतां वाले होण ते भावें कखां दियां झुग्गियां विच रहण, ਉਹ कौम नूं वड्डा ते उच्चा करदे ਹਨ। इसी तरह साहित्य भी उन्हां महापुरखां दे परछावियां विच पलदी है। फिर दोहरा दईए, असली ते सुच्चा साहित्य महात्मा लोकां दे अमृत बचन होंदे ਹਨ। बंदे जिस कौम विच पैदा होण उस विच साहित्य दा धन आप मुहारा मींह वांग वरदा है। जिस तरह उच्चे महलां नाल कोई कौम उच्ची नहीं होंदी, जे ਉਹਦੇ ਬੰਦੇ ਵੱਡੇ ਦਿਲਾਂ ਵਾਲੇ ਉੱਚੀਆਂ ਸੁਰਤਾਂ ਵਾਲੇ ਹੋਣ ਤੇ ਭਾਵੇਂ ਕੱਖਾਂ ਦੀਆਂ ਝੁੱਗੀਆਂ ਵਿੱਚ ਰਹਿਣ, ਉਹ ਕੌਮ ਨੂੰ ਵੱਡਾ ਤੇ ਉੱਚਾ ਕਰਦੇ ਹਨ। ਇਸੇ ਤਰ੍ਹਾਂ ਸਾਹਿਤਯ ਵੀ ਉਹਨਾਂ ਮਹਾਂਪੁਰਖਾਂ ਦੇ ਪਰਛਾਵਿਆਂ ਵਿੱਚ ਪਲਦੀ ਹੈ। ਪੰਜਾਬੀ ਸਾਹਿਤਯ ਜੋ ਹੈ ਸੋ ਫਕੀਰਾਂ ਗੁਰੂ ਪਿਆਰਿਆਂ ਸੁਰਤੀ ਪੁਰਖਾਂ ਦੇ ਵਚਨ ਹਨ ਤੇ ਉਹ ਇਸ ਤਰ੍ਹਾਂ ਦਾ ਤੀਰ ਬਰਸਾਵਣਾ ਸਾਹਿਤਯ ਹੈ ਕਿ ਜਿਹੜਾ ਇਹਦਾ ਜਾਣੂ ਹੋਇਆ ਉਹਨੂੰ ਹੋਰ ਕੋਈ ਬੋਲੀ ਭਾਂਦੀ ਨਹੀਂ। ਤੇ ਪੰਜਾਬੀ ਸਾਹਿਤਯ ਦੇ ਬਾਣ ਪਿਆਰ ਭਰੇ ਕਲੇਜਿਆਂ ਨੂੰ ਵਿੰਨ੍ਹਦੇ ਹਨ ਔਰ ਪਿਆਰ ਦੇ ਛੇਕ ਵੀ ਕਰਦੇ ਹਨ ਔਰ ਪਿਆਰ ਦੇ ਜ਼ਖਮਾਂ ਨੂੰ ਵੀ ਭਰਦੇ ਹਨ। ਹਾਂਜੀ, ਪੰਜਾਬੀ ਸਾਹਿਤਯ ਜੋ ਹੈ ਸੋ ਫਕੀਰਾਂ ਗੁਰੂ ਪਿਆਰਿਆਂ ਸੁਰਤੀ ਪੁਰਖਾਂ ਦੇ ਵਚਨ ਹਨ ਤੇ ਉਹ ਇਸ ਤਰ੍ਹਾਂ ਦਾ ਤੀਰ ਬਰਸਾਵਣਾ ਸਾਹਿਤਯ ਹੈ ਕਿ ਜਿਹੜਾ ਇਹਦਾ ਜਾਣੂ ਹੋਇਆ ਉਹਨੂੰ ਹੋਰ ਕੋਈ ਬੋਲੀ ਭਾਂਦੀ ਨਹੀਂ। ਤੇ ਪੰਜਾਬੀ ਸਾਹਿਤਯ ਦੇ ਬਾਣ ਪਿਆਰ ਭਰੇ ਕਲੇਜਿਆਂ ਨੂੰ ਵਿੰਨ੍ਹਦੇ ਹਨ ਔਰ ਪਿਆਰ ਦੇ ਛੇਕ ਵੀ ਕਰਦੇ ਹਨ ਔਰ ਪਿਆਰ ਦੇ ਜ਼ਖਮਾਂ ਨੂੰ ਵੀ ਭਰਦੇ ਹਨ। ਇਸ ਸਾਹਿਤਯ ਦੀ ਉਨਤੀ ਫਕੀਰ ਦਿਲਾਂ ਦੇ ਡੂੰਘੇ ਤੇ ਅਸਗਾਹ ਵਹਿਣਾਂ ਵਿੱਚ ਹੈ। ਉਹ ਵਹਿਣ ਪੈਣ ਮਾਮਲੇ ਦਰਪੇਸ਼ ਆਣ, ਕਦੀ ਕਿਸੇ ਦੇ ਦੀਦਾਰ ਹੋਣ, ਨੈਣ ਨਾਲ ਹੋਣ, ਦਿਲ ਨੂੰ ਅਣਿਆਲੇ ਤੀਰ ਚੁਭਣ, ਅੱਧੇ ਅੰਦਰ ਹੋਣ ਅੱਧੇ ਬਾਹਰ, ਵਰਿਆਂ ਵੰਡੇ ਨਾ ਜਾਣ, ਪੀੜ ਹੋਵੇ ਤੁਣਕੇ ਵੱਜਣ ਤੇ ਉਹਨਾਂ ਜੀਵਨ ਦੇ ਪਿਆਰ ਤਜਰਬਿਆਂ ਉੱਚੀਆਂ ਨੀਂਦਰਾਂ ਤੇ ਦਿਲ ਦੀਆਂ ਚੀਖਾਂ ਤੇ ਕਸੀਸਾਂ ਵਿੱਚ ਦੀ ਕੋਈ ਨਵੇਂ ਆਵਾਜ਼ ਮਾਰਨ। ਉਹ ਮਿੱਠੇ ਪਿਆਰ ਰਾਗ ਦੇ ਆਪ ਮੁਹਾਰੇ ਅਲਾਪ ਪੰਛੀਵਤ ਫੁੱਲ ਦੇ ਚੁੱਪ ਰੰਗ ਅਲਾਪ ਸੁਗੰਧ ਰਾਗ ਵਾਂਗ ਕੋਈ ਰਚਨਾ ਕੋਈ ਇਲਾਹੀ ਰੰਗ ਕਦੀ ਕਦੀ ਕਿਧਰੋਂ ਉਪਜੇ, ਹਾਂ ਉਪਜੇ ਬਣਾਈ ਨਾ ਜਾਵੇ, ਉਹ ਸੁੱਚੇ ਸਾਹਿਤਯ ਦਾ ਸਮਾਂ ਬਣੇ। ਪਰ ਕਿੱਥੇ? ਜਿੱਥੇ ਕੰਡਿਆਂ ਨੂੰ ਪਾਲਿਆ ਜਾਵੇ, ਫੁੱਲਾਂ ਨੂੰ ਸੁਕਾਇਆ ਜਾਵੇ,
ਖੁਦਗਰਜ਼ੀ ਲਾਲਚ ਮੋਹਰੇ ਹੋ ਸ਼ੋਰ ਪਾਉਣ, ਕਵੀ ਬਣਨ ਸਾਹਿਤੇ ਆਚਾਰੇ ਅਖਵਾਉਣ, ਨਿਰੇ ਅਖਵਾਉਣ ਲਈ ਲੋਕਾਂ ਦੀ ਸੁਰਤਾਂ ਮਲੀਨ ਅਰ ਚੰਚਲ ਹੋਣ, ਉੱਥੇ ਸਾਹਿਤੇ ਦਾ ਰੰਗ ਕਿੱਥੇ? ਹਰ ਇੱਕ ਕੌਮ ਦਾ ਆਪਣਾ ਆਪਣਾ ਸਾਹਿਤੇ ਹੁੰਦਾ ਹੈ। ਅੰਗਰੇਜ਼ੀ ਸਾਹਿਤੇ ਬਹੁਤ ਕਰਕੇ ਪੋਲੀਟੀਕਲ ਇਤਿਹਾਸ ਤੇ ਜੰਗ ਲੜਾਈ ਤੇ ਕੌਮਾਂ ਨੂੰ ਫਤਿਹ ਕਰ ਉਹਨਾਂ ਨੂੰ ਕਿਸ ਤਰ੍ਹਾਂ ਹਕੂਮਤ ਤੇ ਕਾਨੂੰਨ ਵਿੱਚ ਰੱਖਣਾ, ਕਾਨੂੰਨ ਆਦਿ ਦਾ ਬਣਿਆ ਹੈ। ਜਿਹੜੇ ਪਾਰਖੀ ਬੰਦੇ ਹਨ ਉਹ ਵੇਖਦੇ ਹਨ ਕਿ ਅੰਗਰੇਜ਼ੀ ਬੋਲੀ ਵਿੱਚ ਕੋਈ ਲਿਰਕ ਤੇ ਸੁੱਚਾ ਰੋਮਾਂਟਿਕ ਸਾਹਿਤੇ ਹੀ ਨਹੀਂ। ਨਾਟਕ ਚੇਟਕ ਚੰਚਲ ਤੇ ਜਿਹੇ ਲੜਨ ਭਿੜਨ ਤੇ ਦੂਜੀਆਂ ਕੌਮਾਂ ਨੂੰ ਵਾਉਣ ਵਾਲੀਆਂ ਬੇਚੈਨ ਸੁਰਤਾਂ ਨੂੰ ਰਤਾ ਕੋ ਠੰਡ ਪਾਉਣ ਦੇ ਸਾਮਾਨ ਹਨ। ਅੰਗਰੇਜ਼ੀ ਸਾਹਿਤਿਆਂ ਥੀ ਪਹਿਲੇ ਰੋਮਨ ਐਂਪਾਇਰ ਵਿੱਚ ਵੀ ਇਹੋ ਜਿਹੀਆਂ ਖੇਡਾਂ ਦਾ ਸਾਹਿਤਯ ਸੀ ਤੇ ਇਹੋ ਕੁਝ ਸੀ ਕਿ ਕਵੀ ਅਮੀਰਾਂ ਦੇ ਮੇਜ਼ਾਂ ਪਰ ਇਕੱਠੇ ਹੁੰਦੇ ਸਨ ਤੇ ਸੋਹਣੀਆਂ ਗਹਿਣੇ ਕੱਪੜੇ ਪਾਏ ਸਜੀਆਂ ਧਜੀਆਂ ਅਮੀਰ ਸਵਾਣੀਆਂ ਦੇ ਪਰਚਾਵੇ ਖਾਤਰ ਤੁਕਬੰਦੀ ਕਰਦੇ ਸਨ ਤੇ ਜਿਹੜੇ ਕਿਸੇ ਸਵਾਣੀ ਨੂੰ ਭਾ ਜਾਣ ਉਹਨਾਂ ਦੀ ਇੱਜ਼ਤ ਹੁੰਦੀ ਸੀ। ਇਉਂ ਰੋਮਨ ਐਂਪਾਇਰ ਕੰਡਿਆਂ ਨੂੰ ਪਾਣੀ ਲਾ ਲਾ ਪਾਲਦੇ ਸਨ। ਫੁੱਲਾਂ ਦੀ ਇਹੋ ਜਿਹੀਆਂ ਕੌਮਾਂ ਵਿੱਚ ਕੋਈ ਪੁੱਛ ਨਹੀਂ ਹੁੰਦੀ। ਅਮਰੀਕਾ ਵਿੱਚ ਇਹੋ ਜਿਹੀ ਤਜਾਰਤੀ ਹਲਚਲ ਹੈ ਕਿ ਟਿੱਕਾ ਦਾ ਉੱਥੇ ਹੀ ਕੋਈ ਸਾਹਿਤੇ ਪੈਦਾ ਨਹੀਂ ਹੋਇਆ। ਇੱਕ ਅੱਧ ਮੰਦਾ ਹੋਇਆ ਹੈ। ਐਮਰਸਨ ਨੇ ਕੁਛ ਅਨੁਭਵੀ ਪ੍ਰਸਤਾਵ ਲਿਖੇ ਤੇ ਖੇਡ ਦੇਖੇ। ਉਹਦੇ ਖਿਆਲ ਲੈ ਲੈ ਟਰਾਈਂ ਜੇ ਬੰਦਿਆਂ ਨੇ ਕਲਮਾਂ ਸਵਾਰ ਸਵਾਰ ਸੋਹਣੇ ਸੋਹਣੇ ਫਿਕਰੇ ਪਾਏ, ਘੜੇ ਤੇ ਘੜ ਪੋਥੀਆਂ ਬਣਾਈਆਂ ਤੇ ਲੱਖਾਂ ਦੀ ਤਾਦਾਦ ਵਿੱਚ ਵੇਚੀਆਂ। ਹਾਂਜੀ, ਵੇਚੀਆਂ। ਐਮਰਸਨ ਨੂੰ ਉਹਨਾਂ ਵੇਚਿਆ। ਉਸ ਵਿਚਾਰੇ ਨੂੰ ਇੱਕ ਵਿਆਖਿਆਨ ਲਈ $2 ਤੇ ਉਹਦੇ ਘੋੜੇ ਵਾਸਤੇ ਦਾਣਾ ਮੂੰਹ ਚੜ੍ਹ ਕੇ ਮੰਗ ਕੇ ਮਿਲਦਾ ਸੀ। ਸੋ ਅਮਰੀਕਾ ਵਿੱਚ ਵੀ ਪੰਜਾਬੀ ਦੇ ਪਾਏ ਦਾ ਲਿਰਕ ਸਾਹਿਤੇ ਹਾਲੇ ਤੱਕ ਨਹੀਂ ਉਪਜ ਸਕਿਆ। ਬਣਾਇਆ ਬਹੁਤ ਕੁਝ ਪਰ ਉਪਜ ਨਹੀਂ ਸਕਿਆ। ਜਰਮਨ ਸਾਹਿਤੇ ਵਿੱਚ ਅਜੀਬ ਪੰਜਾਬੀ ਵਰਗਾ ਲਿਰਕ ਸਾਹਿਤੇ ਹੈ। ਉਹ ਜੇ ਕਲਵਲ ਬੰਦਿਆਂ ਨੂੰ ਇਹ ਤੇ ਉਹਨਾਂ ਆਪਣੇ ਹੱਡ ਬੀਤੀਆਂ ਗੱਲਾਂ ਲਿਖੀਆਂ। ਫਰਾਂਸੀਸੀ ਵਿੱਚ ਵੀ ਪੰਜਾਬੀ ਵਰਗੀ ਲਿਰਕ ਸਾਹਿਤੇ ਹੈ। ਇੱਕ ਅਜੀਬ ਕੁਛ ਰੂਹ ਦੇ ਲਗਾਓ ਦੀ ਖੇਡ ਦੀ ਗੱਲ ਹੈ। ਪਰ ਜੋ ਸਾਹਿਤੇ ਰੰਗ ਕਵਿਤਾ ਵਿੱਚ ਰਾਣਾ ਸੂਰਤ ਸਿੰਘ ਜੀ ਦੇ ਕਰਤਾ ਜੀ ਨੇ ਆਪਣੀਆਂ ਕਈ ਇਕਲੋਤਰੀਆਂ ਛੋਟੀਆਂ ਕਵਿਤਾਵਾਂ ਵਿੱਚ ਭਰਿਆ ਹੈ, ਉਸ ਤਰ੍ਹਾਂ ਦਾ ਰੰਗ ਜਾਪਾਨ ਦੀ ਲਿਰਕ ਸਾਹਿਤੇ ਵਿੱਚ ਹੈ। ਪੰਛੀਆਂ, ਬੂਟਿਆਂ, ਪੱਥਰਾਂ, ਦਰਿਆਵਾਂ ਤੇ ਕੁਦਰਤ ਦੇ ਜਲਵਿਆਂ ਤੇ ਪਰਛਾਵਿਆਂ ਵਿੱਚ ਦੀ ਉਹ ਇਲਾਹੀ ਪ੍ਰੀਤ, ਤੀਰ ਪਰੋਤੇ ਦਰਦ ਦੇ ਜੋ ਵਚਨ ਨਿਕਲੇ ਹਨ, ਉਹ ਜਾਪਾਨੀ ਲਿਰਕ ਪੋਇਟਰੀ ਦੇ ਸਾਂਝੇ ਹਨ ਤੇ ਸਹਿਜ ਸੁਭਾਅ ਪੁੱਜਦੇ ਹਨ। ਸਾਡੇ ਆਪਣੇ ਮੁਲਕ ਵਿੱਚ ਉਹ ਸਭ ਸਾਹਿਤੇ ਪੰਜਾਬੀ ਨਾਲ ਆਣ ਟੱਕਰ ਖਾਂਦੇ ਹਨ ਜਿਨ੍ਹਾਂ ਵਿੱਚ ਭਗਤੀ ਭਾਵ ਹੈ। ਸ਼ਾਸਤਰਿਕ ਸਾਹਿਤੇ ਦਾ ਪੁਰਾਣਾ ਤਰੀਕਾ ਕੋਈ ਜੀਦਾਨ ਦੇਣ ਵਾਲੀ ਚੀਜ਼ ਨਹੀਂ ਤੇ ਉਸ ਤਰ੍ਹਾਂ ਦੀਆਂ ਜਿੰਨੀਆਂ ਪੁਸਤਕਾਂ ਕਿਸੇ ਵੀ ਪੰਜਾਬੀ ਵਿੱਚ ਲਿਖੀਆਂ ਹਨ, ਉਹ ਪੰਜਾਬੀ ਸਾਹਿਤੇ ਦੀ ਮਰਮ ਥੀ ਅਣਜਾਣ ਹਨ। ਮੈਂ ਉੱਪਰ ਕਹਿ ਆਇਆ ਹਾਂ ਕਿ ਹਰ ਇੱਕ ਮੁਲਕ ਦੇ ਕੌਮ ਦਾ ਸਾਹਿਤੇ ਆਪਣੇ ਵੱਖਰਾਪਨ ਵਿੱਚ ਹੋ ਕੇ ਸੁਗੰਧਿਤ ਹੋ ਸਕਦਾ ਹੈ। ਜੇ ਪੰਜਾਬੀ ਹੁਣ ਅੰਗਰੇਜ਼ੀ ਸਾਹਿਤੇ ਦੀ ਨਕਲ ਕਰੇ ਤਦ ਭਾਵੇਂ ਕੁਝ ਬਣ ਜਾਵੇ, ਸਾਹਿਤੇ ਮਰ ਜਾਵੇਗਾ। ਪਰ ਕੌਮ ਦਾ ਸਾਹਿਤੇ ਉਹਦੀ ਜਨਿਆਸ ਦਾ ਸਹਿਜ ਸੁਭਾਅ ਉਪਜਿਆ ਪ੍ਰਕਾਸ਼ ਹੁੰਦਾ ਹੈ, ਜੋ ਪੰਜਾਬੀ ਸਿਰਫ ਗੁਰਮੁਖੀ ਫਕੀਰੀ ਰੰਗ ਵਿੱਚ ਸ਼ੋਭਾ ਪਾ ਸਕਦੀ ਹੈ। ਬੁੱਲੇ ਸ਼ਾਹ ਨੂੰ ਗੁਰਮੁਖੀ ਮੁਰਸ਼ਦੀ ਰੰਗ ਲੱਗਾ। ਇਸ ਮੰਦਰ ਦੀ ਉਸਾਰੀ ਉਸ ਕੀਤੀ। ਵਾਰਿਸ ਸ਼ਾਹ ਨੂੰ ਕੁਝ ਥੋੜਾ ਫਕੀਰੀ ਦਾ ਠਰਕ ਹੋਇਆ, ਉਹ ਵੀ ਇਸ ਵਿੱਚ ਗਾ ਉੱਠਿਆ। ਕਾਦਰ ਯਾਰ ਆਦਿਕ ਸਭ ਫਕੀਰੀ ਦੇ ਠਰਕ ਵਾਲੇ ਬੰਦੇ ਸਨ, ਜਿਨ੍ਹਾਂ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬੀਰ ਰਸ ਭਰਿਆ ਤੇ ਸਤਿਗੁਰਾਂ ਦੇ ਨਿਮਾਣੇ ਸਿੱਖ ਸਿਪਾਹੀ ਅੰਗਰੇਜ਼ ਨਾਲ ਲੜਨ ਨੂੰ ਲਾਹੌਰ ਨਿਕਲੇ ਤੇ ਜੰਗ ਕੀਤਾ। ਉਸ ਨਜ਼ਾਰੇ ਨੂੰ ਇੱਕ ਅਜੀਬ ਫਕੀਰੀ ਉਦਾਸੀ ਵਿੱਚ ਸ਼ਾਹ ਮੁਹੰਮਦ ਨੇ ਗਾ ਦਿੱਤਾ। ਸ਼ਾਹ ਮੁਹੰਮਦ ਦਾ ਕਿੱਸਾ ਵੀ ਇੱਕ ਵੈਰਾਗ ਦੀ ਸ਼ੂਕਦੀ ਨਹਿ ਹੈ, ਗਾ ਗਾ ਕੇ ਰੋਣ ਆਉਂਦਾ ਹੈ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਕੰਗਾਲ ਦੁਨੀਆ ਦੇ ਧੰਦੇ ਵਿੱਚ ਫਸਿਆਂ, ਦੁਖੀ ਚੰਚਲ ਗੰਦੀਆਂ ਮੰਦੀਆਂ ਦੁਖਮਿਦੀਆਂ ਸੁਰਤਾਂ ਦਾ ਕੰਮ ਨਹੀਂ ਕਿ ਪੰਜਾਬੀ ਸਾਹਿਤੇ ਦੇ ਮੰਦਰ ਤੱਕ ਅਪੜ ਵੀ ਸਕਣ। ਅੰਦਰ ਵੜਨਾ ਕਿੱਥੇ?
ਇਹ ਪਿਆਰ ਕੁੱਠੀ ਮਰ ਜਾਣੀ ਸੱਸੀ ਦੀ ਬੋਲੀ ਹੈ। ਉੱਠੀ ਫਰਜ਼ੀ ਪੁੰਨੂ ਨਜ਼ਰੀ ਨਹੀਂ ਆਇਆ, ਜਿਸ ਕਦੀ ਪੁੰਨੂ ਰਾਵਿਆ ਹੀ ਨਹੀਂ ਉਸ ਕੀ ਕੂਕਣਾ ਹੈ। ਇਸ਼ਕ ਤਲਵਾਰ ਦੀ ਧਾਰ ਕੰਪਨ, ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ, ਇਹ ਕੰਮ ਨਹੀਂ ਅਣਭੰਗਿਆਂ ਦਾ, ਇਹ ਤਾਂ ਕੰਮ ਹੈ ਸਿਰਾਂ ਥੀ ਲੰਘਿਆਂ ਦਾ। ਕਦੀ ਭੈਣਾਂ ਦੇ ਭਰਾਵਾਂ ਦੇ ਵਿਜੋਗ ਵਿੱਚ ਕੀਰਨੇ ਸੁਣੇ ਜੇ, ਕਦੀ ਮਾਵਾਂ ਦੇ ਪੁੱਤਾਂ ਦੇ ਸਲਾਂ ਦੀਆਂ ਚੀਕਾਂ ਸੁਣੀਆਂ ਜੇ, ਕਦੀ ਸੋਹਣੇ ਦੀਆਂ ਤਾਂਗਾਂ ਦੀਆਂ ਲਹਿਰਾਂ ਦੇ ਕੱਪਰ ਪੈਂਦੇ ਦੇਖੇ ਜੇ। ਸਾਇਤੇ ਬਣਾਉਣਾ, ਉਪਜਣਾ ਤੇ ਉਪਜਾਣਾ ਤਾਂ ਮੰਨਿਆ ਨਾ ਹੁੰਦਾ ਹੈ। ਓਏ ਭੋਲਿਓ, ਅੰਗਰੇਜ਼ਾਂ ਦਾ, ਬੰਗਾਲੀਆਂ ਦਾ, ਮੁੱਲਾ ਮੁਲਾਵਣਿਆਂ ਦਾ ਕੰਮ ਹੋਵੇ ਤਾਂ ਹੋਵੇ। ਸੱਸੀ ਨੇ ਜਾਂ ਸੋਹਣੀ ਨੇ ਜਾਂ ਸਾਹਿਬਾਂ ਨੇ ਜਾਂ ਬੁੱਲੇ ਨੇ ਜਾਂ ਸ਼ਾਹ ਹੁਸੈਨ ਨੇ ਸਾਇਤੇ ਕੀ ਬਣਾਉਣਾ ਹੈ। ਉਹ ਤਾਂ ਉਹਨਾਂ ਦੇ ਦਿਲਾਂ ਨੂੰ ਚੀਰ ਕੇ, ਧੜਾਂ ਨੂੰ ਫਾੜ ਕੇ ਉਹਨਾਂ ਦੀਆਂ ਵਿਲੂੰਦਰੀਆਂ ਛਾਤੀਆਂ ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓਏ ਭੋਲਿਓ, ਸਾਇਤੇ ਉਪਜਦਾ ਹੈ, ਨਾ ਬੀਜਿਆ ਜਾਂਦਾ ਹੈ, ਨਾ ਬਣਦਾ ਹੈ। ਬੀ ਹਰ ਇੱਕ ਸ਼ੈ ਦਾ ਹੈ, ਪਰ ਸਾਇਤੇ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰਦਾ ਹੈ ਤੇ ਇੱਕ ਕਤਰੇ ਵਿੱਚ ਲੱਖ ਲੱਖ ਬਾਗ ਹਨ। ਫਿਰ ਦੁਹਰਾ ਦਈਏ, ਸੱਸੀ ਨੇ ਜਾਂ ਸੋਹਣੀ ਨੇ ਜਾਂ ਸਾਹਿਬਾਂ ਨੇ ਜਾਂ ਬੁੱਲੇ ਨੇ ਜਾਂ ਸ਼ਾਹ ਹੁਸੈਨ ਨੇ ਸਾਇਤੇ ਕੀ ਬਣਾਉਣਾ ਹੈ। ਉਹ ਤਾਂ ਉਹਨਾਂ ਦੇ ਦਿਲਾਂ ਨੂੰ ਚੀਰ ਕੇ, ਧੜਾਂ ਨੂੰ ਫਾੜ ਕੇ ਉਹਨਾਂ ਦੀਆਂ ਵਿਲੂੰਦਰੀਆਂ ਛਾਤੀਆਂ ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓਏ ਭੋਲਿਓ, ਸਾਇਤੇ ਉਪਜਦਾ ਹੈ, ਨਾ ਬੀਜਿਆ ਜਾਂਦਾ ਹੈ, ਨਾ ਬਣਦਾ ਹੈ। ਬੀ ਹਰ ਇੱਕ ਸ਼ੈ ਦਾ ਹੈ, ਪਰ ਸਾਇਤੇ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰਦਾ ਹੈ ਤੇ ਇੱਕ ਕਤਰੇ ਵਿੱਚ ਲੱਖ ਲੱਖ ਬਾਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।